ठीक है। ज्ञान अंजन गुर दिया, अज्ञान अंधीर विनाश। हर कृपा ते संत भेटिया, नानक मन परगास। जैसी तो मोराल माल जाई, बैसत है मानसर। मुक्ता अमोल खाई खाई वेग सात है। जैसे तो सज्जन मिल बैठता है, अनक प्रकार पाकशाल। अनक प्रकार व्यंजनास रस खात है। जैसी तो तरवर की छाया जाई, बैसत अनेक पंछी। खाई मधुर फल मधुर वचन सुहात है। तैसी गुरु सिख मिल बैठता है धर्मसाल। तैसी गुरु सिख मिल बैठता है धर्मसाल। शब्द अनाहद रस अमृत आघात है। मिलत प्यारू प्राणनाथ, कवन भगत ती। साधु संगत पाई परम गति। मिलत प्यारू प्राणनाथ, कवन भगत ती। साध संगत पाई परम गति। राव मैली कपड़ी कहाँ लो धोवो, आवेगी नींद कहाँ लग सोवो। जुई जुई जुड़ियो सोई सोई पाटियो। झूठे बनज उठी गई सब हाटियो। कह रविदास भयु जब लिखू, जुई जुई कीनो सोई सोई देखियो। कह रविदास भयु जब लिखू, जुई जुई कीनो सोई सोई देखियो। परम सन्मानयोग जुगू जुगी अटल शब्द अवतार बाणी के बोहे धन 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 सतगुरु श्री गुरु ग्रंथ साहिब महाराज जी की छत्रछाया हेठ उदासीन डीरा संतवा टहलदा हड्डी सनेम टापरी लुधियाणे विखे सतगुरु की निगी गोदवंदर विराजमान साहब की साधी ते निवाजी आदरणीय सत्कारयोग साध संगत जी। जय गुरुदेव धन गुरुदेव। जय सतगुरु रविदास जी धन सतगुरु रविदास। वाहिगुरु जी का खालसा वाहिगुरु जी की फतेह। आदरणीय सत्कारयोग साध संगत जी, तन भागी हो स्वासां रूपी पूंजी नूं कीमती बनाउंदे होए शब्द अनाहत रस अमृत आघात है। सतगुरां दी रहमत सदका सतगुरां दी बख्शी शब्द का रस प्राप्त करके स्वासां रूपी पूंजी नूं हरिया भरिया करते हुए सफल कर रहे हो। अज दा पावन शब्द मिलत प्यारू प्राणनाथ, कवन भगत ते। साध संगत पाई परम गति। ये पावन शब्द साहिब सतगुरु रविदास महाराज जी के मुखारबिंद तो उच्चारण किया गया है। धन श्री गुरु ग्रंथ साहिब महाराज जी की राग मलार के अंदर मलार शीतल राग है। वो शीतलता जो परम आनंद परम रस बख्शता है। धन धन श्री गुरु ग्रंथ साहिब जी की अंग 1293 ते सुभाईमान है। साध संगत जी, संसार के अंदर जो आप तकते हाँ
ਕੋਈ ਵੀ ਕਾਰਜ ਕਰਨਾ ਹੋਵੇ, ਕੋਈ ਵੀ ਕਾਰਜ ਕੀਤਾ ਜਾਵੇ, ਉਹਦੀ ਸਫਲਤਾ ਦਾ ਕੋਈ ਨਾ ਕੋਈ ਰਾਜ ਜ਼ਰੂਰ ਹੁੰਦਾ ਹੈ। ਇਸ ਲਈ ਜ਼ਿੰਦਗੀ ਦੇ ਅੰਦਰ ਜਦੋਂ ਕੋਈ ਕਾਰਜ ਸਫਲਾ ਕਰਨਾ ਹੈ, ਉਸ ਕਾਰਜ ਦੀ ਸਫਲਤਾ ਦੇ ਅੰਦਰ ਜਿਨ੍ਹਾਂ ਨੇ ਸਫਲਤਾ ਹਾਸਲ ਕੀਤੀ, ਉਸ ਕਾਰਜ ਦੀ ਮਹਾਰਾਂ ਨੂੰ ਫਿਰ ਮਿਲਣਾ ਪੈਂਦਾ। ਉਹਨਾਂ ਤੋਂ ਗੁੱਝੇ ਭੇਦ ਪ੍ਰਾਪਤ ਕੀਤੇ ਜਾਂਦੇ ਨੇ ਕਿ ਜ਼ਿੰਦਗੀ ਅੰਦਰ ਸਫਲਤਾ ਪ੍ਰਾਪਤ ਕੀਤੀ ਜਾਵੇ। ਇਸੇ ਤਰ੍ਹਾਂ ਅੱਜ ਜੋ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਗਿਆਨ ਹਾਸਲ ਕਰਨ ਲਈ ਛੋਟੇ ਛੋਟੇ ਬੱਚੇ ਸ਼ੁਰੂਆਤ ਸਕੂਲ ਤੋਂ ਹੁੰਦੀ, ਸਕੂਲ ਤੋਂ ਅੱਗੇ ਕਾਲਜ ਤੋਂ ਅੱਗੇ ਯੂਨੀਵਰਸਿਟੀ, ਉਸ ਤੋਂ ਅੱਗੇ ਡਿਗਰੀ ਹੁੰਦੀ। ਅਤੇ ਜਦੋਂ ਬੱਚਾ ਸਫਲ ਵਿੱਦਿਆ ਪੜ੍ਹ ਲੈਂਦਾ ਏ ਅਤੇ ਇੱਕ ਦਿਨ ਉੱਚੇ ਅਹੁਦੇ 'ਤੇ ਵਿਰਾਜਮਾਨ ਹੋ ਜਾਂਦਾ। ਇਸੇ ਤਰ੍ਹਾਂ ਵੱਡ ਭਾਗੀ ਸਾਧ ਸੰਗ ਪ੍ਰਾਪਤ, ਦੂਸਰੇ ਪਾਸੇ ਜਿਨ੍ਹਾਂ ਨੂੰ ਸਤਿਗੁਰ ਦੀ ਚਰਨਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਕਿ ਸਾਧ ਸੰਗਤ ਦੀ ਉਹ ਐਸੇ ਧਾਰਮਿਕ ਸਾਧ ਸੰਗਤ ਦੀ ਪਦਵੀ ਨੂੰ ਪ੍ਰਾਪਤ ਕਰਦੇ ਨੇ ਅਤੇ ਸੰਸਾਰ ਉਹਨਾਂ ਨੂੰ ਸਿੱਖ, ਗੁਰਸਿੱਖ, ਗੁਰਮੁਖ, ਸੰਤ, ਸਾਧੂ, ਬ੍ਰਹਮ ਗਿਆਨੀ ਦੀ ਸਾਧ ਸੰਗਤ ਦੀ ਪਾਵਨ ਸਤਿਕਾਰ ਦੇ ਨਾਲ ਨਿਵਾਜਦੇ ਨੇ। ਅਤੇ ਸਾਧ ਸੰਗਤ ਦੀ ਐਸੇ ਹੀ ਗੁਰਮਤਿ ਦੇ ਅੰਦਰ, ਅਧਿਆਤਮਕ ਦੇ ਅੰਦਰ ਧੰਨ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦਾ ਆਗਮਨ 1433 ਸਮਾਘ ਸੁਦੀ 15 ਦੁਖੀਓ ਕੀ ਕਲਿਆਣ ਹਿਤ ਪ੍ਰਗਟੀ ਸਾਹਿਬ ਸਤਿਗੁਰੂ ਰਵਿਦਾਸ ਬਿਕਰਮੀ 1433 ਨੂੰ ਸਾਧ ਸੰਗਤ ਦੀ ਮਾਘ ਦੀ ਪੂਰਨਮਾਸ਼ੀ ਵਾਲੇ ਦਿਨ ਵਾਨਾਰ ਦੀ ਧਰਤੀ 'ਤੇ ਪਾਤਸ਼ਾਹ ਪ੍ਰਗਟ ਹੁੰਦੇ ਨੇ। ਕਿ ਸਾਧ ਸੰਗਤ ਸੰਸਮ੍ਰਿਤ ਦੀ ਹਾਲਾਤ ਜਾ ਕੀ ਛੂਤ ਜਗਤ ਕੋ ਲਾਗਿਆ ਤਾਂ ਪਰ ਤੁਸੀਂ ਢਵੇਂ, ਜਿਨ੍ਹਾਂ ਦੀ ਪਰਛਾਵੇਂ ਤੋਂ ਦੁਨੀਆ ਨੂੰ ਭਿੱਠ ਆਉਂਦੀ ਏ ਸਮੇਂ ਦੇ ਧਰਮ ਅਨੁਸਾਰ, ਵਰਨ ਵੰਡ ਅਨੁਸਾਰ, ਜਾਤ ਪਾਤ ਅਤ ਉੱਚੀ ਹੈ। ਕਿ ਸਾਧ ਸੰਗਤ ਜੀ ਸਭ ਤੋਂ ਭੈੜੀ ਛੋਟੀ ਜਾਤ ਸਮਝੀ ਜਾਤੀ ਜਾਣ ਵਾਲੀ ਚਮਾਰ ਜਾਤ। ਕਿ ਸਾਧ ਸੰਗਤ ਦੀ ਸ਼ੂਦਰ ਵਰਨ ਦੇ ਵਿੱਚ ਪਾਤਸ਼ਾਹ ਦਾ ਆਗਮਨ ਹੁੰਦਾ ਹੈ, ਜਿਨ੍ਹਾਂ ਨੂੰ ਸਮੇਂ ਦੇ ਧਰਮ ਦੇ ਅਨੁਸਾਰ ਵਿੱਦਿਆ ਪੜ੍ਹਨ ਦੀ ਮਨਾਹੀ ਹੀ, ਕਿਸੇ ਵੀ ਤਰ੍ਹਾਂ ਦਾ ਕੋਈ ਗਿਆਨ ਨਹੀਂ ਹਾਸਲ। ਕਿ ਜੇ ਕੋਈ ਕੋਤਾਹੀ ਕਰਦਾ ਹੈ, ਭਾਵ ਹਿਆ ਕਰਦਾ ਹੈ ਵਿੱਦਿਆ ਗਿਆਨ ਹਾਸਲ ਕਰਨ ਦਾ, ਉਹਨੂੰ ਅੱਤ ਦੇ ਤਸੀਹੇ ਦਿੱਤੇ ਜਾਂਦੇ ਨੇ। ਐਸੇ ਸਮੇਂ ਦੇ ਅੰਦਰ ਮੇਰੇ ਗੁਰਦੇਵ ਪਰਮਪਿਤਾ ਪਰਮੇਸ਼ਰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਚਨ ਕਰਦੇ ਨੇ, ਹਮ ਸਰ ਦੀਨ ਦਿਆਲ ਨ ਤੁਮ ਸਰ। ਪਰਮੇਸ਼ਰ ਸਾਡੇ ਵਰਗਾ ਨਿਮਾਣਾ ਕੋਈ ਨਹੀਂ ਅਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ, ਜਿਹਨੇ 84 ਲੱਖ ਜੂਨਾਂ ਦੇ ਚੱਕਰ ਵਿੱਚੋਂ ਕੱਢ ਕੇ ਮਨੁੱਖਾ ਅਵਤਾਰ ਦੁਰਲਭ। ਇਹ ਮਨੁੱਖਾ ਜਨਮ ਜਿਹੜਾ ਅਵਤਾਰ ਏ, ਪਰ ਇਹ ਦੁਨੀਆ ਬੇਸਮਝ ਜ਼ਮਾਨਾ ਕੀ ਜਾਣੇ। ਇਸ ਮਨੁੱਖਾ ਜਨਮ ਅਮੋਲਕ ਹੀਰੇ ਨੂੰ ਬੇਸਮਝੀ ਕਰਕੇ ਵਿਅਰਥ ਹੀ ਆਪਣਾ ਤੇ ਮਨੁੱਖਤਾ ਦੀ ਤਬਾਹੀ ਨੂੰ ਬਚਾਈ ਜਾ ਚੁੱਕੀ। ਮਨੁੱਖਤਾ 'ਤੇ ਅਤਿਆਚਾਰ ਕਰਕੇ ਮਨੁੱਖਤਾ ਨੂੰ ਲਤਾੜਿਆ ਜਾ। ਇਸ ਲਈ ਸਹਿਬ ਬਚਨ ਕਰਦੇ ਨੇ, ਹਮ ਸਰ ਦੀਨ ਦਿਆਲ ਨਾ, ਮੇਰੇ ਵਰਗਾ ਨਿਮਾਣਾ ਕੋਈ ਨਹੀਂ ਅਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ, ਜਿਹਨੇ ਦਿਆਲੂ ਕਰਕੇ ਅੱਜ ਸੰਸਾਰ 'ਤੇ ਇਸ ਮਨੁੱਖਤਾ ਦੇ ਕਲਿਆਣ ਲਈ ਮੈਨੂੰ ਡਿਊਟੀ ਦਿੱਤੀ ਹੈ, ਸੇਵਾ ਬਖਸ਼ੀ ਹੈ। ਧੰਨਵਾਦ ਹੈ। ਪਰ ਪਰਮੇਸ਼ਰ ਕਿਰਪਾ ਰੱਖੀ, ਹੁਣ ਤੇਰਾ ਹੱਥ ਚਾਹੀਦਾ। ਅਤੇ ਸਾਧ ਸੰਗਤ ਦੀ ਇਤਿਹਾਸ ਗਵਾਏ ਸਤਿਗੁਰਾਂ ਨੇ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਨ ਬਾਣੀ ਸੋ ਜਸ ਪੂਰ ਰਾਖੋ, ਮਨ ਸੁਮਧ ਕਰ ਕਰੋ ਚਰਨ ਹਿਰਦੇ ਤਰ ਰਸਨ ਅੰਮ੍ਰਿਤ ਨਾਮ ਪਾ। ਇੱਕ ਦਿਨ ਊਚ ਤੇ ਊਚ ਨਾਮ ਦੇਉ ਸਮੁੰਦਰਸੀ, ਰਵਿਦਾਸ ਠਾਕਰ ਵਣ ਆਈ। ਸੰਸਾਰ ਦੇ ਉੱਤੇ ਖੁਦ ਖੁਦਾ ਦੇ ਰੂਪ ਦੇ ਅੰਦਰ ਸਾਧ ਸੰਗਤ ਦੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੋ ਖੋਜਾਂ ਮਹੇਸ਼ਰ, ਫਿਰ ਲੱਭ ਲੱਭਦਾ ਏ, ਰੱਬ ਲੱਭਦਾ ਏ। ਅਤੇ ਅੱਜ ਜਿਹਨੂੰ ਮੈਂ ਮਨੁੱਖ ਬਣਾ ਕੇ ਭੇਜਿਆ ਸੀ, ਅਤੇ ਬ੍ਰਹਮ ਆਪ ਬ੍ਰਹਮ ਗਿਆਨੀ ਬ੍ਰਹਮ ਰੂਪ ਨੂੰ ਪ੍ਰਾਪਤ ਹੋ ਗਏ ਨੇ, ਬ੍ਰਹਮ ਪਦਵੀ ਨੂੰ ਪ੍ਰਾਪਤ ਹੋ ਗਏ ਨੇ। ਕਿ ਰੱਬ ਲੱਭਦਾ ਏ, ਚਾਹੁੰਦਾ ਏ ਐਸੇ ਰੱਬੀ ਪਿਆਰਿਆਂ ਨੇ ਜਿਨ੍ਹਾਂ ਨੇ ਮੇਰਾ ਨਾਮ ਪ੍ਰਗਟ ਕੀਤਾ ਹੈ। ਪ੍ਰਭ ਤੀ ਜਨ ਜਨੀਰੇ ਜਨ ਤੇ ਸੁਆਮੀ,
ਜਨ ਨਾਨਕ ਧੂੜ ਮੰਗੇ ਤਿਸ ਗੁਰ ਸਕੀ ਜਵਾਬ ਜਪੈ ਅਬਰੈ ਨਾਮ ਡਿਪਾਵੇ। ਜਨ ਨਾਨਕ ਤਿਨ ਕੋ ਅਨ ਦਿਨ ਪਰਸੀ ਦੀ ਕਿਰਪਾ ਕਰੇ ਹਰ ਰਾਏ। ਇਹ ਪਰਮੇਸ਼ਰ ਦੀ ਕਿਰਪਾ ਕਰਦਾ ਇਹੋ ਜਿਹੇ ਮਹਾਂਪੁਰਸ਼ਾਂ ਦੇ ਚਰਨ 24 ਘੰਟੇ ਸੇਵਾ ਵਿੱਚ ਗੁਜ਼ਾਰ ਦੇ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ। ਪੱਖਾ ਫੇਰੀ ਪਾਣੀ ਢੂਆਂ ਪੀਸ ਹਰ ਜਨ ਕੀ ਪੀਸਣ ਪੀਸ ਕਮਾਵਾਂ। ਜਨ ਨਾਨਕ ਕੀ ਪ੍ਰਪਾਸ ਬਨਾਤੀ ਤੇਰੇ ਜਨ ਦੇਖਣ ਪਾ। ਪ੍ਰੇਛਰ ਇਹੋ ਜਿਹਾ ਤੇਰੇ ਜਿਹੜੇ ਜਨ ਨੇ ਤੇਰੇ ਦਾਸ ਨੇ, ਕਿਰਪਾ ਕਰਨ ਲਈ ਪੱਖਾ ਝੱਲਾਂ, ਚੱਕੀ ਪੀ ਕੀ ਦਾਣੇ ਆਟਾ ਆਪ ਤਿਆਰ ਕੇ ਪ੍ਰਸਾਦਾ ਛਕਾਵਾਂ, ਪਾਣੀ ਆਪ ਪੜਾਵਾਂ ਕਿ ਉਹਨਾਂ ਦਾ ਇਸ਼ਨਾਨ ਕਰਾਂ। ਐਸੀ ਰੱਬੀ ਰੂਹ ਧੰਨ ਸਤਿਗੁਰੂ ਦਾਸ ਮਹਾਰਾਜ ਸਾਧ ਸੰਗਤ ਜੀ ਜਿਨ੍ਹਾਂ ਨੇ ਪਰਮੇਸ਼ਰ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਤੇ ਸਾਧ ਸੰਗਤ ਜੀ ਅੱਜ ਸਾਧ ਸੰਗਤ ਦੀ ਭਾਰਤੀ ਇਤਿਹਾਸ ਦੇ ਅੰਦਰ ਸਭ ਤੋਂ ਵੱਡੀ ਆਡੂ ਸਾਧ ਸੰਗਤ ਦੀ ਅਧਿਆਤਮਿਕ ਤੌਰ 'ਤੇ ਧੰਨ ਸਾਹਿਬ ਸਤਿਗੁਰੂ ਦਾਸ ਮਹਾਰਾਜ ਨੇ 151 ਸਾਲ ਪੂਰਨ ਆਡੂ ਭੋਗੀ। ਅਤੇ ਅੱਜ ਬਨਾਰ ਦੀ ਧਰਤੀ ਜਿਹਨੂੰ ਅੱਜ ਗੋਪਾਲ ਮੰਦਰ ਦੁਨੀਆ ਕਰਕੇ ਜਾਣਦੀ, ਉਹ ਮੰਦਰ ਸਤਿਗੁਰ ਦੇ ਅਨੰਨ ਸ਼ਿਸ਼ ਰਾਣੀ ਝਾਲਾਂ ਬਾਈ, ਉਹਦੇ ਸਾਧ ਸੰਗਤ ਦੀ ਪਤੀ ਮਹਾਰਾਣਾ ਸੰਗਰਾਮ ਸਿੰਘ ਜੀ ਅਤੇ ਉਹਨਾਂ ਦੀ ਵੱਡੇ ਪੁੱਤਰ ਰਾਜਾ ਭੋਜ ਰਾਜ ਦੀ ਧਰਮ ਪਤਨੀ ਮੀਰਾ ਬਾਈ, ਜਿਨ੍ਹਾਂ ਨੇ ਸਤਿਗੁਰ ਦੀ ਰਹਿਮਤ ਪਰਮ ਪਿਤਾ ਪਰਮੇਸ਼ਰ ਦੀ ਬਾਣੀ, ਜਿੱਥੇ ਧੰਨ ਗੁਰਦਾਸ ਜੀ ਵਚਨ ਕਰਦੇ ਨੇ ਸਾਧ ਸੰਗਤ ਬਿਨ ਭਉ ਨਹੀਂ ਉਪਜੈ ਭਾਵਨ ਭਗਤ ਨਾ ਹੋਏ ਤੇਰੇ। ਪਰਮੇਸ਼ਰ ਦੀ ਬੰਦਗੀ ਦੇ ਵਚਨ ਪਰਮੇਸ਼ਰ ਬਾਣੀ ਅੰਦਰ ਜਦੋਂ ਬੋਲਦਾ ਏ, ਸਤਸੰਗ ਵਾਸਤੇ ਉਹ ਸੋਹਣਾ ਮੰਦਰ ਸਜਾਇਆ ਗਿਆ ਏ, ਜਿੱਥੇ ਧੰਨ ਗੁਰੂ ਦਾਸ ਮਹਾਰਾਜ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਨੇ, ਨਿਰੰਕਾਰ ਦੀ ਦੀਦਾਰ ਬਖਸ਼ਦੇ ਨੇ। ਕਿ ਸਾਧ ਸੰਗਤ ਜੀ ਅੱਜ ਸਾਸੀ ਦੀਛਾਂ ਦਿਸ਼ਾਂਤਰਾਂ ਦਾ ਸਾਸੀ ਸਤਿਗੁਰਾਂ ਨੇ ਰਟਨ ਕੀਤਾ ਏ। ਭਾਰਤ ਦੀ ਧਰਤੀ ਸਾਧ ਸੰਗਤ ਜੀ ਲਗਭਗ ਹਰ ਸਟੇਟ ਦੇ ਅੰਦਰ ਧੰਨ ਸਤਿਗੁਰੂ ਦਾਸ ਮਹਾਰਾਜ ਵਿਦਵਾਨਾਂ ਦਾ ਵਿਚਾਰ ਹੈ ਕਰੀਬ 1 ਲੱਖ ਸਾਧ ਸੰਗਤ ਜੀ ਕਦਮ ਚਰਨ ਚੱਲੈ ਮਾਰ ਗੋਬਿੰਦ ਮਿਟੈ ਪਾਪ ਜਪੀ ਹਰ ਬਿੰਦ। ਮਨੁੱਖਤਾ ਦੇ ਪਾਪਾਂ ਨੂੰ ਕੱਟਣ ਲਈ ਸਾਹਿਬ ਸਤਿਗੁਰੂ ਦਾਸ ਮਹਾਰਾਜ ਕਦਮ ਕਦਮ ਸਾਧ ਸੰਗਤ ਜੀ ਦੀਛਾਂ ਵਿਦੀਛਾਂ ਦਾ ਰਟਨ ਕਰਕੇ ਭਾਰਤ ਦੀ ਧਰਤੀ 'ਤੇ ਸਾਧ ਸੰਗਤ ਜੀ ਭਰਮ ਭੁੱਲੀ ਲੋਕਾਈ ਨੂੰ ਕੱਢਦੇ ਹੋਏ ਗਿਆਨ ਦਾ ਪ੍ਰਕਾਸ਼ ਬਖਸ਼ਦੇ ਹੋਏ ਉਪਜਿਓ ਗਿਆਨ ਹੋਊ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ। ਇਸ ਨੂੰ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ ਅਬ ਤੋ ਜਾਈ ਚੜ੍ਹੈ ਸਿੰਘਾਸਨ ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ ਈਕ ਪਏ ਹੈ ਕੋਈ ਨਾ ਸਕੈ ਪਛਾਣੀ। ਉਹ ਪਦ ਵੀ ਧੰਨ ਗੁਰੂ ਦਾਸ ਮਹਾਰਾਜ ਰਵਿਦਾਸ ਪਣੈ ਜੂ ਜਾਣੈ ਸੋ ਜਾਣ ਸੰਤ ਅਨੰਤੈ ਅੰਤਰ ਨਾਹੀ। ਇੱਥੇ ਧੰਨ ਗੁਰੂ ਦਾਸ ਮਹਾਰਾਜ ਵਚਨ ਕਰਦੇ ਨੇ ਜੀਵਤ ਮੁਕੰਦੀ ਮਰਤ ਮੁਕੰਦੀ ਤਾਂ ਕੀ ਸੇਵਕੋ ਸਦਾ ਆਨੰਦੀ। ਉਹ ਸਦੀਵੀ ਆਨੰਦ ਪਰਮ ਆਨੰਦ ਦੀ ਸਾਧ ਸੰਗਤ ਦੀ ਪ੍ਰਾਪਤੀ ਨੂੰ ਜਦੋਂ ਕਰ ਲੈਂਦੇ ਨੇ ਅਤੇ ਅੱਜ 5 ਬ੍ਰਹਮ ਗਿਆਨੀ ਪੰਟ ਪ੍ਰਵਾਨ ਪੰਟ ਪ੍ਰਧਾਨ ਪੰਚੀ ਪਾਵੈ ਦਰਗਹਿ ਮਾਨ। ਸਾਹਿਬ ਸਤਿਗੁਰੂ ਸਾਧ ਸੰਗਤ ਜੀ ਨਾਮਦੇਵ ਜੀ, ਸਾਹਿਬ ਸਤਿਗੁਰੂ ਤਰਲੋਚਨ ਜੀ, ਸਾਹਿਬ ਸਤਿਗੁਰੂ ਕਬੀਰ ਜੀ, ਸਾਹਿਬ ਸਤਿਗੁਰੂ ਧੰਨਾ ਜੀ, ਸਾਹਿਬ ਸਤਿਗੁਰੂ ਸੈਣ ਜੀ, 5 ਮਹਾਂਪੁਰਸ਼ ਜਿਹੜੇ ਸਰੀਰਕ ਤੌਰ 'ਤੇ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹਿ, ਜਿਨ੍ਹਾਂ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪਦਵੀ ਨੂੰ ਪ੍ਰਾਪਤ ਕੀਤਾ ਅਤੇ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਨਿਵਾਸ ਕਰਦੇ ਨੇ। ਅਤੇ ਅੱਜ ਰੱਬ ਦਿਆਲ ਹੋ ਗਿਆ, ਪ੍ਰਭ ਤੇ ਜਨ ਜਨੀਜੀ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਸਾਧ ਸੰਗਤ ਜੀ 5 ਮਹਾਂਪੁਰਸ਼ਾਂ ਨੂੰ ਨਿਰਗੁਣ ਰੂਪ ਦੇ ਅੰਦਰ ਸਾਧ ਸੰਗਤ ਜੀ ਇੱਕ ਸੁਨੇਹਾ ਦਿੰਦੇ ਨੇ ਕਿ ਜਾਓ ਸਾਧ ਸੰਗਤ ਜੀ ਮਾਤ ਲੋਕ 'ਤੇ ਜਾ ਕੇ ਜਿਹਨੂੰ ਦੁਨੀਆ ਅੱਜ ਰੱਬ ਮੰਨਦੀ ਭਗਤ ਭਗਤ ਜਗ ਵੱਡਿਆ ਚੌਂ ਚੱਕਾਂ ਵਿੱਚ ਮਰੇਟਾ ਰਵਿਦਾਸ ਧਿਆਈ ਪ੍ਰਭ ਅਨੂਪ ਗੁਰੂ ਨਾਨਕ ਦੀਪ ਗੋਬਿੰਦ ਰੂਪ ਜਿਹੜੇ ਅੱਜ ਮੇਰਾ ਹੀ ਸਰੂਪ ਧਾਰ ਚੁੱਕੇ ਨੇ, ਇਹਨਾਂ ਨੂੰ ਮੈਂ ਆਪਣਾ ਹੀ ਸਰੂਪ ਬਖਸ਼ ਦਿੱਤਾ ਏ। ਜਾ ਕੇ ਉਹਨਾਂ ਨੂੰ ਸੰਦੇਸ਼ਾ ਦਿਓ। ਹੁਣ ਉਹਨਾਂ ਦੇ ਜਿਹੜੇ ਸਰੀਰਕ ਤੌਰ 'ਤੇ ਆਜੂ ਸੀ ਸੰਸਾਰ 'ਤੇ, ਜਿਹੜੀ ਉਹਨਾਂ ਨੂੰ ਪਰਮੇਸ਼ਰ ਦੀ ਰਹਿਮਤਾਂ ਵੰਡਣ ਲਈ ਮਿਲੀ ਸੀ, ਉਹ ਹੁਣ ਸੰਪੂਰਨ ਹੋ ਗਈ। ਅਤੇ ਤੁਸੀਂ 5 ਮਹਾਂਪੁਰਸ਼ ਉਹਨਾਂ ਦੀ ਸਤਿਕਾਰ ਅੰਦਰ ਜਾਓ। ਕਿਉਂ ਨਾ ਉਹਨਾਂ ਨੇ ਅੰਧਕਾਰ ਵਿੱਚੋਂ ਕੱਢ ਕੇ ਅੱਤ ਦੀ ਕਲਰੀ ਧਰਤੀ ਦੇ ਵਿੱਚੋਂ ਇਸ ਮਨੁੱਖ ਨੂੰ ਸਾਧ ਸੰਗਤ ਦੀ ਬੇਗਮਪੁਰੇ ਨੂੰ ਸਜਾਉਣਾ ਕੀਤਾ ਏ। ਜਾ ਕੇ ਮੇਰੇ ਵੱਲੋਂ ਸੰਦੇਸ਼ਾ ਦੇਣਾ ਏ ਕਿ ਅੱਜ ਤੋਂ 21ਵੇਂ ਦਿਨ ਤੁਸੀਂ ਸੰਸਾਰ ਨੂੰ ਅਲਵਿਦਾ ਕਹਿ ਕੇ ਸਰੀਰਕ ਤੌਰ 'ਤੇ ਅਲਵਿਦਾ ਕਹਿ ਕੇ ਇਸ ਧਰਤੀ ਤੋਂ ਚਾਲੇ ਪਾਉਂਦੇ ਹੋਏ ਸਾਹਿਬ ਤੁਹਾਡੀ ਉਡੀਕ ਵਿੱਚ ਨੇ। ਤੁਸੀਂ ਆਪ ਕਿਰਪਾ ਕਰੋ, ਦੀਦਾਰ ਦਿਓ ਸੱਚਖੰਡ ਦੇ ਅੰਦਰ। ਇਹ ਸਾਧ ਸੰਗਤ ਦੀ 5 ਮਹਾਂਪੁਰਸ਼ ਜਦੋਂ ਪੁੱਜਦੇ ਨੇ
ਤੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਸਾਧ ਸੰਗਤ ਜੀ ਅੱਡ ਆਓ ਭਗਤ ਹੁੰਦੀ, ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਨ ਸਗਲੀ ਮੋਹੀ। ਤੇ ਸਾਧ ਸੰਗਤ ਜੀ ਅੱਡ ਜਦੋਂ ਆਏ ਨੇ ਮਹਾਂਪੁਰਸ਼ ਆਓ ਭਗਤ ਹੋਈ ਤੇ ਸਾਧ ਸੰਗਤ ਜੀ ਪਰਮ ਪਿਤਾ ਪਰਮੇਸ਼ਰ ਦਾ ਸੰਦੇਸ਼ਾ ਜਦੋਂ ਮਿਲਿਆ ਏ ਤੇ ਸਾਧ ਸੰਗਤ ਜੀ ਆਓ ਭਗਤ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਜਾਣ ਦੀ ਤਿਆਰੀ ਕੀਤੀ, ਸਾਹਿਬ ਸਤਿਗੁਰੂ ਦਾਸ ਮਹਾਰਾਜ ਆਖਦੇ ਨੇ ਹੁਣ ਮੇਰਾ ਵੀ ਇੱਕ ਸੰਦੇਸ਼ਾ ਹੈ, ਮੇਰੇ ਮਾਲਕ ਪਰਮ ਪਿਤਾ ਪਰਮੇਸ਼ਰ ਨੂੰ ਆਖਣਾ ਹੈ, ਤੁਹਾਡਾ ਕੀ ਸੰਦੇਸ਼ਾ ਹੈ। ਤੇ ਸਾਧ ਸੰਗਤ ਜੀ ਉੱਥੇ ਸਾਹਿਬ ਸਤਿਗੁਰੂ ਨਾਮਦੇਵ ਜੀ, ਸਾਹਿਬ ਸਤਿਗੁਰੂ ਕਬੀਰ ਜੀ, ਸਤਿਗੁਰੂ ਤਰਲੋਚਨ ਜੀ, ਸਤਿਗੁਰੂ ਸੈਣ, ਸਤਿਗੁਰੂ ਧੰਨਾ ਜੀ ਜਦੋਂ ਸਤਿਗੁਰੂ ਦਾਸ ਮਹਾਰਾਜ ਦੀ ਪਾਵਨ ਆਸਣ 'ਤੇ ਦੇਖਦੇ ਨੇ, ਜਿਵੇਂ ਸਤਿਗੁਰੂ ਦਾਸ ਮਹਾਰਾਜ ਦੇ ਚਰਨਾਂ ਵਿੱਚ ਪਹਿਨਣ ਵਾਲੇ ਪਊਏ ਨੇ, ਸਤਿਗੁਰਾਂ ਦੀ ਖੁੰਡੀ ਅਨੇਕਾਂ ਤਰ੍ਹਾਂ ਦਾ ਸਾਧ ਸੰਗਤ ਜੀ ਸਤਿਗੁਰਾਂ ਦੀ ਵਸਤਰ ਨੇ। ਤੇ ਸਾਧ ਸੰਗਤ ਵਿਚਾਰਾਂ ਕਰਦੇ ਨੇ, ਮੈਂ ਇਹੋ ਜਿਹਾ ਵਸਤਰ ਤੇਰੀ ਭਗਵਾਨ ਖੁਦ ਪਹਿਨਦਾ ਏ ਜਿੱਥੇ ਆਪਾਂ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਸੱਚਖੰਡ ਵਿੱਚ ਵਿਰਾਜਦੇ। ਇਹ ਸਾਰਾ ਹੀ ਉਹੋ ਜਿਹਾ ਹੀ ਮਾਹੌਲ ਇੱਥੇ ਹੈ। ਤੇ ਸਾਧ ਸੰਗਤ ਜੀ ਅਚਰਜ ਰਹਿ ਗਏ। ਤੇ ਸਤਿਗੁਰੂ ਜਦੋਂ ਆਖਦੇ ਫਿਰ ਜਾ ਕੇ ਮੇਰਾ ਵੀ ਸੰਦੇਸ਼ਾ ਦੇਣਾ ਕਿ ਜਦੋਂ ਅਸੀਂ ਇਸ ਧਰਤੀ ਤੋਂ ਅਲਵਿਦਾ ਕਹਿ ਕੇ ਜਾਣਾ, ਫਿਰ ਖੁਦ ਖੁਦਾ ਪਰਮੇਸ਼ਰ ਤੂੰ ਆਪ ਆਵੇਂ। ਪੰਜ ਮਹਾਂਪੁਰਸ਼ ਤੁਸੀਂ ਤੇ ਆਇਓ, ਤੁਸੀਂ ਵੀ ਆਉਣਾ ਏ, ਪਰ ਖੁਦ ਪਰਮੇਸ਼ਰ ਜ਼ਰੂਰ ਆਉਣ ਤੇ ਆਪਾਂ ਸਾਰੇ ਨਿਰਗੁਣ ਆਪ ਸਰਗੁਣ ਦੀ ਨਿਰਗੁਣ ਸਰੂਪ ਪਰਮ ਪਿਤਾ ਪਰਮੇਸ਼ਰ ਸੱਚਖੰਡ ਲਈ ਚਾਲੇ ਪਾਵਾਂਗੇ। ਤੇ ਸਾਧ ਸੰਗਤ ਜੀ ਤੇ ਸਾਧ ਸੰਗਤ ਜਦੋਂ ਸਤਿਗੁਰੂ ਦਾਸ ਮਹਾਰਾਜ ਨੇ ਸੰਗਤਾਂ ਨੂੰ ਸਾਧ ਸੰਗਤ ਦੀ ਸੰਦੇਸ਼ੇ ਭੇਜ ਦਿੱਤੇ ਨੇ ਕਿ ਹੁਣ ਅੰਤ ਸਮਾਂ ਆ ਗਿਆ ਏ, ਹੁਣ ਧਰਤੀ ਤੋਂ ਚਾਲੇ ਪਾਉਣੇ ਨੇ। ਰਾਡੀ ਮਹਾਰਾਡੀ ਸਾਧ ਸੰਗਤ ਦੀ ਅਨੇਕਾਂ ਸੰਗਤਾਂ ਵਨਾਰ ਦੀ ਧਰਤੀ ਜਿਹਨੂੰ ਅੱਜ ਦੁਨੀਆ ਗੋਪਾਲ ਮੰਦਰ ਕਹਿੰਦੀ ਇਕੱਠੀਆਂ ਹੋਈਆਂ ਨੇ। ਤੇ ਸਾਧ ਸੰਗਤ ਜੀ 2 ਦਿਨ ਰਹਿੰਦਿਆਂ ਤੇ 19 ਦਿਨਾਂ ਤੇ ਸਾਧ ਸੰਗਤ ਜੀ ਸਾਹਿਬ ਸਤਿਗੁਰੂ ਸਾਧ ਸੰਗਤ ਜੀ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਤਰਲੋਚਨ ਜੀ, ਸਤਿਗੁਰੂ ਧੰਨਾ ਜੀ, ਸਤਿਗੁਰੂ ਸੈਣ ਜੀ ਨਿਰਗੁਣ ਸਰੂਪ ਵਿੱਚ ਆ ਜਾਂਦੇ ਨੇ। ਸਾਰੀ ਤਿਆਰੀ ਹੁੰਦੀ ਹੈ ਤੇ ਸਾਧ ਸੰਗਤ ਦੀ ਸੰਗਤਾਂ ਦੇ ਅੰਦਰ ਸਾਹਿਬ ਸਤਿਗੁਰੂ ਦਾਸ ਮਹਾਰਾਜ ਬਿਰਾਜਮਾਨ ਨੇ। ਤੇ ਸਤ ਸੰਗਤ ਦੀਆਂ ਘੜੀਆਂ ਰੋਜ਼ਾਨਾ ਦੀ ਤਰ੍ਹਾਂ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੀ ਤੋ ਮੁਰਾਲ ਮਾਲ ਜਾਈ ਬੈਸਤ ਹੈ ਮਾਨਸਾ, ਮੁਕਤਾ ਅਮੋਲ ਖਾਏ ਖਾਏ ਵਿਗਸਾਤ ਹੈ। ਜਿਵੇਂ ਹਾਂਸਾਂ ਦੀ ਡਾਰ ਉੜਦੀ ਏ ਤੇ ਮਾਨ ਸਰੋਵਰ 'ਤੇ ਜਾ ਕੇ ਬਹਿ ਜਾਂਦੀ ਏ, ਚੁਗਦੀ ਏ ਮੋਤੀ ਤੇ ਮਿੱਠੇ ਮਿੱਠੇ ਗੀਤ ਅਲਾਉਂਦੇ ਨੇ ਪਰਮੇਸ਼ਰ ਦੀ ਖੁਸ਼ੀ ਅੰਦਰ। ਤੇ 12 ਸਾਲ ਲਗਾਤਾਰ ਮਿੱਠੇ ਮਿੱਠੇ ਬਚਨ ਬੋਲਦੇ ਨੇ, ਬੋਲਦੇ ਨੇ, ਰੱਬੀ ਬਾਣੀ ਦਾ ਅਲਹਾਮ ਕਰਦੇ ਨੇ ਤੇ ਇੱਕ ਦਿਨ ਰਤਨ ਗੁਲਛ ਦਿੰਦੇ। ਇਸੇ ਤਰ੍ਹਾਂ ਗੁਰਸਿੱਖ ਸਤਿਗੁਰ ਦੇ ਚਰਨਾਂ ਵਿੱਚ ਅੱਤ ਦੀ ਘੋਰ ਤਪੱਸਿਆ ਸੇਵਾ ਸਿਮਰਨ ਦੇ ਨਾਲ 12 ਸਾਲ ਸਤਿਗੁਰ ਦੇ ਚਰਨਾਂ ਵਿੱਚ ਰਹਿ ਕਰਕੇ ਗੁਰਮੁਖ ਗੁਰਸਿੱਖ ਸਾਧ ਸੰਗਤ ਜੀ ਸਾਧੂ ਸੰਤ ਬ੍ਰਹਮ ਗਿਆਨੀ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਨੇ। ਗੱਜ ਕੀ ਆਖੋ ਸਤਿਨਾਮ। ਦੂਸਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਆਖਦੇ ਨੇ, ਜੈਸੇ ਤੋਂ ਸੱਜਣ ਮਿਲ ਬੈਠਤ ਹੈ ਅਨਕ ਪ੍ਰਕਾਰ ਪਾਕ ਸਰ। ਜਿਵੇਂ ਸੱਜਣ ਮਿੱਤਰ ਦੋਸਤ ਰਸੋਂ ਖਾਨੇ ਭਾਵ ਲੰਗਰ ਹਾਲ ਦੇ ਅੰਦਰ ਵਿਰਾਜ ਜਾਂਦੇ ਨੇ ਤੇ ਮਿੱਠੇ ਮਿੱਠੇ ਭੋਜਨ ਖਾਂਦੇ ਨੇ ਤੇ ਸਤਿਗੁਰ ਦਾ ਧੰਨਵਾਦ ਕਰਦੇ ਨੇ, ਰੱਬੀ ਬਾਣੀ ਦਾ ਜਾਪ ਕਰਦੇ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਸੁੱਚਾ ਆਪੇ ਸੁੱਚਾ ਬੈਠਾ ਆਏ ਸੁੱਚੇ ਅੱਗੇ ਕੋਈ ਨਾ ਪਿੱਟੇ ਸੱਚਾ ਹੀ ਕੀ ਜੀਵਨ ਲੱਗਾ ਪੜਨ ਸਲੋਕ ਉਹ ਹੱਤੀ ਜਾਏ ਸਟ ਕਿਸ ਹੋ ਲੱਗਾ। ਤੇ ਅੰਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਰਤਾ ਹੋਇਆ ਪਾਕ ਕੋਈ ਐਸੇ ਬਚਨ ਅਲਾਉਂਦੇ ਨੇ, ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਤੇ ਉਹਦੀਆਂ ਖੁਸ਼ੀਆਂ ਲੈਂਦੇ। ਤੀਸਰਾ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਜੈਸੇ ਤੋਂ ਤਰਵਰ ਕੀ ਛਾਇਆ ਜਾਏ ਬੈਸਤ ਅਨੇਕ ਪੰਛੀ। ਜਿਵੇਂ ਅਨੇਕਾਂ ਪੰਛੀ ਸ਼ਾਨਦਾਰ ਫਲਦਾਰ ਬੂਟੇ 'ਤੇ ਆ ਕੇ ਬਹਿੰਦੇ ਨੇ, ਠੰਡੀ ਛਾਂ ਲੈਂਦੇ ਨੇ ਤੇ ਮਿੱਠੇ ਮਿੱਠੇ ਫਲ ਖਾ ਕੇ ਪਰਮੇਸ਼ਰ ਦੀ ਬੰਦਗੀ ਦੇ ਗੀਤ ਗਾਉਂਦੇ ਨੇ। ਤੈਸੇ ਗੁਰਸਿੱਖ ਮਿਲ ਬੈਠਦਾ ਧਰਮਸ਼ਾਲਾ। ਇਸੇ ਤਰ੍ਹਾਂ ਗੁਰੂ ਕੀਆਂ ਲਾਡਲੀਆਂ ਸੰਗਤਾਂ ਨਿਤਾ ਨੇਮ ਦੇ ਨਾਲ ਧਰਮਸ਼ਾਲਾ ਦੇ ਅੰਦਰ ਆ ਕੇ ਵਿਰਾਜਮਾਨ ਹੁੰਦੀਆਂ ਨੇ। ਸ਼ਬਦ ਅਨਾਹਦ ਰਸ ਸਤਿਗੁਰ ਦੀ ਅੰਮ੍ਰਿਤਮਈ ਸ਼ਬਦ ਦਾ ਰਸ ਪ੍ਰਾਪਤ ਕਰਕੇ, ਸ਼ਬਦ ਅਨਾਹਦ ਰਸ ਅੰਮ੍ਰਿਤ ਆਘਾਤ ਹੈ, ਅੰਮ੍ਰਿਤ ਪ੍ਰਾਪਤ ਕਰਕੇ ਤ੍ਰਿਪਤ ਹੁੰਦੀਆਂ ਨੇ, ਰੂਹਾਂ ਪਰਮੇਸ਼ਰ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ। ਤੇ ਅੱਜ ਸਤਿਗੁਰ ਦੇ ਚਰਨਾਂ ਵਿੱਚ ਸੰਗਤਾਂ ਜੁੜੀਆਂ ਨੇ। ਗਿਆਨ ਅੰਜਨ ਗੁਰ ਦੀਆ ਸਤਿਗੁਰੂ ਅੱਜ ਬ੍ਰਹਮ ਗਿਆਨ ਦਾ ਸੁਰਮਾ ਬਾਣੀ ਦੇ ਰੂਪ ਅੰਦਰ ਵੰਡਦੇ ਨੇ। ਤੇ ਪਾਤਸ਼ਾਹ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ। ਕੁੱਲ ਮਨੁੱਖਤਾ ਦਾ ਅਗਿਆਨਤਾ ਦਾ ਅੰਧੇਰਾ ਜਿੱਥੇ ਦੂਰ ਹੋਇਆ ਏ ਉੱਥੇ ਪਾਤਸ਼ਾਹ ਕਹਿੰਦੇ ਹਰ ਕਿਰਪਾ ਤੇ ਸੰਤ ਭੇਟਿਆ। ਅੱਜ ਰੱਬ ਦੀ ਕਿਰਪਾ ਹੋਈ ਏ, ਪੂਰਨ ਸੰਤ ਸ਼੍ਰੋਮਣੀ ਸਾਹਿਬ ਸਤਿਗੁਰੂ ਦਾਸ ਮਹਾਰਾਜ ਧਰਤੀ ਤੇ ਪ੍ਰਗਟ ਹੋਏ ਨੇ। ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਹਨ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅੱਜ ਦੁਨੀਆ ਦੇ ਮਨਾਂ ਦੇ ਅੰਦਰ
ਗਿਆਨ ਦਾ ਪ੍ਰਕਾਸ਼ ਜੀ ਵੰਡਿਆ ਏ। ਐਸੇ ਦੀਨ ਦਿਆਲ ਧੰਨ ਸਤਿਗੁਰੂ ਦਾਸ ਮਹਾਰਾਜ ਜਿਨ੍ਹਾਂ ਵਾਸਤੇ ਬਚਨ ਨੇ, ਭਲੋ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨ ਨਾਈ, ਊਚ ਤੀ ਊਚ ਨਾਮ ਦਿਉ ਸਮੁੰਦਰ ਸੀ ਰਵਿਦਾਸ ਠਾਕੁਰ ਬਣ। ਤੇ ਅੱਜ ਸਤਿਗੁਰੂ ਦੇ ਚਰਨਾਂ ਵਿੱਚ ਸੰਗਤਾਂ ਵਿੱਚੋਂ ਸਾਧ ਸੰਗਤ ਜੀ ਜਗਿਆਸੂ ਸੰਗਤਾਂ ਨੇ ਬੇਨਤੀ ਕੀਤੀ ਹੈ, ਪਰਮੇਸ਼ਰ ਅੱਜ ਕਿਰਪਾ ਕਰੋ, ਤੁਸੀਂ ਜਿਵੇਂ ਪਰਪਿਤਾ ਪਰਮੇਸ਼ਰ ਦੀ ਉੱਚ ਪਦਵੀ ਪ੍ਰਾਪਤ ਕੀਤੀ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਤੇ ਕਿਰਪਾ ਕਰੋ ਇਹ ਕਿਹੜੀ ਭਗਤੀ ਹੈ, ਸਾਨੂੰ ਵੀ ਗਿਆਨ ਬਖਸ਼ੋ, ਅਸੀਂ ਵੀ ਤੁਹਾਡੇ ਚਰਨ ਦਾ ਆਸਰਾ ਲੈ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਸਵਾਸਾਂ ਰੂਪੀ ਘੜੀਆਂ ਜੋ ਤੁਹਾਡੀ ਬਖਸ਼ ਦੇ ਨਾਲ ਤੁਸੀਂ ਰਹਿਮਤ ਗਿਆਨ ਬਖਸ਼ਿਆ, ਹਰਸੋ ਹੀਰਾ ਛੱਡ ਕੇ ਕਰ ਆਨ ਕੀ ਆਸ, ਤੇ ਨਰ ਦੂਜ ਕੇ ਜਾਏਗੀ ਸਤ ਭਾਖਾ, ਤੁਹਾਡੇ ਬਚਨ ਕਮਾ ਕਰਕੇ ਇਸ ਅਮੋਲਕ ਹੀਰਾ ਜਨ ਨੂੰ, ਅਮੋਲਕ ਸਵਾਸਾਂ ਨੂੰ, ਹੀਰਿਆਂ ਨੂੰ ਸ਼ਬਦ ਬਾਣੀ ਵਿੱਚ ਪ੍ਰੋਗ ਕਰਕੇ ਅਸੀਂ ਵੀ ਜੀਵਨ ਦਾ ਆਨੰਦ ਲੈ ਸਕੀਏ। ਕਿਰਪਾ ਕਰੋ ਚਾਨਣਾ ਪਾ ਮੇਰਾ ਦਾ ਮੀਂਹ ਬਰਸਾਓ ਕਿ ਸਤਿਗੁਰੂ ਦਾਸ ਮਹਾਰਾਜ ਬਚਨ ਕਰਦੇ ਨੇ, ਮਿਲਤ ਪਿਆਰੂ ਪ੍ਰਾਣਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੀ, ਸਾਧ ਸੰਗਤ ਪਾਈ ਪਰਮ ਗਤੀ ਰਾਵ। ਕਹਿੰਦੇ ਮਿਲਤ ਪਿਆਰੋ ਪ੍ਰਾਣਨਾਥ ਕਵਨ ਭਗਤੀ, ਕਹਿੰਦੇ ਆਪਾਂ ਰੱਬ ਨੇ ਗੱਲ ਕਰ ਲੈਂਦੇ ਹਾਂ। ਹੁਣ ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ, ਕਹਿੰਦੇ ਹੁਣ ਤੇ ਗੱਲ ਹੀ ਕੋਈ ਵੱਖਰੀ ਨਹੀਂ, ਪ੍ਰਭਤੀ ਜਨ ਦੀ ਨੀਰੀ ਜਨਤੇ ਸਮੇਂ, ਕਹਿੰਦੇ ਪਰਮੇਸ਼ਰ ਨੂੰ ਹੀ ਪੁੱਛ ਲੈਂਦੇ, ਕਿਉਂਕਿ ਪਰਮੇਸ਼ਰ ਦਾ ਵਾਅਦਾ ਸੀ ਕਿ ਮੈਂ ਨਾਲ ਆਪ ਲੈਣਾ, ਕਿਉਂਕਿ ਪੰਜ ਮਹਾਂਪੁਰਸ਼ ਨਿਰਗੁਣ ਸਰੂਪ ਹਾਜ਼ਰ ਨੇ, ਖੁਦ ਖੁਦਾ ਹਾਜ਼ਰ ਹੈ। ਕਿ ਅੱਜ ਸਾਸਿੰਗ ਜੋ ਬੋਲ ਸੋ ਸਾਸਿੰਗ ਜੋ ਤੂੰ ਦੇ ਸੋ ਕਹਾਂ ਸੁਆਮੀ, ਜੋ ਰੱਬ ਬਚਨ ਦਿੰਦਾ ਹੈ, ਪਰਮੇਸ਼ਰ ਬਚਨ ਦਿੰਦਾ ਹੈ, ਉਹ ਅਲਹਾਮ ਹੋ ਗਿਆ ਹੈ। ਪਾਤਸ਼ਾਹ ਬਚਨ ਕਰਦੇ ਨੇ, ਮਿਲਤ ਪਿਆਰੂ ਪ੍ਰਾਣਨਾਥ ਕਵਨ ਭਗਤ ਤੀ, ਪ੍ਰਾਣਾਂ ਦਾ ਮਾਲਕ ਕਿਸ ਭਗਤੀ ਦੇ ਨਾਲ ਪ੍ਰਾਪਤ ਹੁੰਦਾ ਹੈ, ਕਿਸ ਭਗਤੀ ਨਾਲ, ਕਿਸ ਵਿਧੀ ਨਾਲ ਮਿਲਾਪ। ਸਾਧੂ ਸੰਗਤ ਪਾਈ ਪਰਮ ਗਤੀ, ਤੇ ਸਾਸੰਗ ਰੱਬ ਮੇਰਾ ਬਰਸਾਉਂਦਾ ਹੈ। ਕਹਿੰਦੇ ਹੁਣ ਤੁਸੀਂ ਸਭ ਕੁਝ ਜਾਣਦੇ ਆ, ਆਪੇ ਦੱਸੋ। ਤੇ ਸਾਹਿਬ ਸਤਿਗੁਰੂ ਦਾਸ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਨੇ ਜੀ ਰੱਬ ਨੂੰ ਪਾਉਣਾ ਹੈ ਕਿਹੜੀ ਭਗਤੀ, ਉਹ ਕੇਵਲ ਤੇ ਕੇਵਲ ਇੱਕੋ ਭਗਤੀ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਜਿਨ੍ਹਾਂ ਨੂੰ ਸਤਿਆਰ ਪੁਰਸ਼ਾਂ ਦੀ ਸੰਗਤ ਮਿਲ ਜਾਏ। ਉੱਥੇ ਪਾਤਸ਼ਾਹ ਬਚਨ ਕਰਦੇ ਨੇ, ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲ ਤੂੰ ਭਇਓ ਅਰੂੜਾ, ਸੰਗਤ ਕਾ ਗੁਣ ਬਹੁਤ ਅਧਿਕਾਈ, ਪਰਸੂਆ ਗਨਕ ਉਧਾਰੇ, ਪ੍ਰਸੰਨ ਭਏ ਪ੍ਰਸੰਨ ਪਰਸ ਭਏ, ਸਾਧੂ ਜਨ ਪ੍ਰਸੰਨ ਪਰਸ ਭਏ, ਲੈ ਬੈਕੁੰਠ ਸਧਾਰੀ। ਸਾਧ ਸੰਗਤ ਦੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਚਨ ਨੇ, ਸੰਗਤ ਕਾ ਗੁਣ ਬਹੁਤ ਅਧਿਕਾਈ, ਸਚਿਆਰ ਪੁਰਖਾਂ ਦੀ ਹੋ ਜਾਏ ਸੰਗਤ। ਕਹਿੰਦੇ ਸੰਗਤ ਕਾ ਗੁਣ ਬਹੁਤ ਅਧਿਕਾਈ, ਬਹੁਤ ਹੀ ਜ਼ਿਆਦਾ ਰਹਿਮਤਾਂ ਵੰਡ ਜਾਂਦਾ ਏ, ਵਰਖਾ ਕਰ ਜਾਂਦਾ ਏ। ਕਿੰਨੀ ਕੁ ਕਰ ਜਾਂਦਾ ਏ? ਪਾਤਸ਼ਾਹ ਅੱਗੇ ਬਚਨ ਕਰਦੇ ਨੇ, ਪੜ ਸੂਆ ਗਨਕ ਉਧਾਰੀ, ਸਚਿਆਰ ਸਾਧੂ ਜਨ ਚੱਲਦੇ ਨੇ ਤੇ ਸਾਧ ਸੰਗਤ ਦੀ ਤੇ ਇੱਕ ਦਿਨ ਬੇਸਵਾ ਗਨਕਾ ਦੇ ਘਰੇ ਚਲੇ ਜਾਂਦੇ ਨੇ। ਦੁਰਮਤ ਦੇਖ ਦਿਆਲ ਹੋਈ, ਹਾਲਾਤਾਂ ਨੂੰ ਦੇਖ ਕੇ ਹਿਰਦੇ ਅੰਦਰ ਦਇਆ ਆ ਜਾਂਦੀ ਹੈ, ਜਿਸ ਨੂੰ ਸਤਿਗੁਰੂ ਦਾਸ ਜੀ ਕਹਿੰਦੇ ਨੇ, ਪਰ ਹਰ ਕੂਪ ਕਰੋ ਜੀ ਦਇਆ, ਦੁਨੀਆ ਦੇ ਤੋਂ ਹਉਮੈ ਅਹੰਕਾਰ ਮਿਟਾ ਕਰਕੇ ਦਇਆ ਦਾ ਪ੍ਰਵੇਸ਼ ਉਹ ਸਾਧੂ ਜਨ ਦਇਆ ਦਾ ਪ੍ਰਸ਼ਾਦ ਵੰਡਦੇ ਨੇ। ਤੇ ਕੀ ਕੀਤਾ ਇਹ, ਹੱਥੋਂ ਇੱਕ ਦੇਤਨ ਸਤੂਤਾ, ਹੱਥੋਂ ਤੋਤਾ ਦਿੱਤਾ, ਪੜ ਸੂਆ ਗਨਕ ਉਧਾਰੇ, ਪੜ੍ਹਦੇ ਪੜ੍ਹਦੇ ਬੈਕੁੰਠ ਧਾਮ ਦੇ ਅੰਦਰ ਚਲੇ ਜਾ। ਤੇ ਉਸੇ ਨੂੰ ਸਤਿਗੁਰੂ ਦਾਸ ਜੀ ਕਹਿੰਦੇ, ਪੜ੍ਹੀਏ ਗੁਣੀਏ ਨਾਮ ਸਮਝੀ। ਇਸ ਲਈ ਪੜ੍ਹਨਾ ਵੀ ਹੈ, ਵਿਚਾਰਨਾ ਵੀ ਹੈ, ਸਮਝਣਾ ਵੀ ਹੈ, ਸਮਝ ਕੇ ਸਮਝ ਬਣਦੀ ਹੈ। ਇਸ ਲਈ ਸਾਧ ਸੰਗਤ ਜੀ ਸਾਹਿਬ ਬਚਨ ਕਰਦੇ ਨੇ, ਅਗਲੇ ਬਚਨ ਨੇ ਸਾਧ ਸੰਗੀ, ਸੰਗਤ ਕਾ ਗੁਣ ਬਹੁਤ ਅਧਿਕਾਈ, ਪਰਸੂਆ ਗਨਕ ਉਧਾਰੀ, ਪ੍ਰਸੰਨ ਪਰਸ ਭੈ ਕੁਬਜਾ ਕੂ, ਲੈ ਬੈਕੁੰਠ ਸਧਾਰੀ। ਇਤਿਹਾਸ ਸਾਖੀ ਹੈ ਸਾਧ ਸੰਗਤ ਜੀ, ਧੰਨ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਅੰਕਿਤ ਕੀਤੇ ਨੇ। ਕਹਿੰਦੇ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਦਵਾਰਕਾ ਨਗਰੀ 'ਤੇ ਆਉਣਾ ਹੈ, ਬਹੁਤੀਆਂ ਸੰਗਤਾਂ ਇਕੱਤਰ ਹੋਈਆਂ ਨੇ ਉਹਨਾਂ ਦੇ ਸਵਾਗਤ ਦੇ ਅੰਦਰ। ਅਤੇ ਇੱਕ ਮਾਲਣ ਹੈ ਸਾਧ ਸੰਗਤ ਜੀ, ਜਿਹੜੀ ਆਪ ਹਾਰ ਗੁੰਦਦੀ ਏ ਬੜੇ ਪ੍ਰੇਮ ਦੇ ਨਾਲ। ਸਾਧ ਸੰਗਤ ਦੀ ਫੁਲਵਾੜੀ ਲਾਈਏ, ਇੱਕ ਇੱਕ ਫੁੱਲ ਤੋੜਿਆ ਏ, ਸ਼ਬਦ ਦਾ ਸਮੇਂ ਹਿਰਦੇ ਅੰਦਰ ਧਾਰਨਾ ਏ, ਪਰ ਹੈ ਕੁੱਬੀ। ਬੜੀਆਂ ਸੰਗਤਾਂ ਇਕੱਤਰ ਨੇ। ਭਗਵਾਨ ਕ੍ਰਿਸ਼ਨ ਜਦੋਂ ਆਏ
सोचदी कहती मेरा हार भी भगवान नूं नसीब होवेगा। तो सच जो ये अवस्था हुई ना, सारिया संगतां ने जदों सतगुरु भगवान कृष्ण जी के दर्शन किए, जदों साध संगत ने वो कुबजा सामने आई ना, कि भगवान कृष्ण जी जदों उहदा प्यार देखिया ना, उहदा कद छोटा सी ते भगवान कृष्ण जी लंबे सी, ते सारे जदों नीवें होए ना हार पाउण वास्ते आप भगवान दी, ते ऐसा प्रेम पैदा होया, पैरां ते रखी पैर भगवान कृष्ण जी ने कुबजा दी कि बाਹਾਂ तो फड़ के उत्तर नूं साध संगत दी खिੱਚ के उहदा कुब कढ़ दिता, नदरी नदर निहाल करके परम मुक्ति बख्श दी। गज की आखो सतनाम। इस नूं पातशाह कहंदे ने सचियार पुरुषां दी संगत हो जाए तो संगत का गुण बहुत अधिकाई, बहुत ज़्यादा रहमतां बख्शा कर। ते अज सतगुरु दास महाराज बचन करते ने, मिलत प्यारू प्राणनाथ कवन भगत ती। प्राणा दा मालक, स्वासां दा मालक परम पिता परमेश्वर किहड़ी भगती ते मिलदा है, कवन भगत। पातशाह कहंदे साधु संगत पाई परम गति। कहंदे असीं ते साधुआं दी संगत विचों, सचियार पुरशां दी संगत विचों परम मुक्ति, परम आनंद प्राप्त कीता है। सचियार पुरश संगत विच इसलिए साध संगत दी सहब सतगुरु रामदास जी के वचन ने, नीच जात हर जपत्या उत्तम पद भी पाई। कुछो बिदरदा सी सुतै कृष्ण उतरिया कारज सजाई। हर किया कथ कथा सुनो जन पाए, जित सहसा दूग पूग सब लै जाई। रविदास चमार उस्तत करी हर कीर्त निमिख गाई। पतत जाते उत्तम भया चार वर्ण पै पग आए। नाम दी प्रीत लगी हर सीती लुक छिपा कह बोलाई। खतरी ब्राह्मण पिटदे छूटे नाम दी उलिया मुकलाए। जितने भगत हर सेवका मुखे 68 तीर तिन तिलक कढ़ाए। जन नानक तिनको अन दिन परसा, जे किरपा करै हर राय। धन सतगुरु रामदास जी कहते हे परम पिता परमेश्वर जे मेरे ते किरपा करदा है तो आ महापुरुष जिन्हों ने तेरी बंदगी करके तेरा रूप हो निबड़े ने, मैनूं उन्हां दी सेवा बख्श दे। गज के आखो सतनाम। ते सतगुरु दास जी कहते ये पद भी सचियार पुरुषां दी संगत विचों प्राप्त कीती। जिवें सतगुरु साध संगत जी कबीर पातशाह दे वचन ने, कबीर चंदन का बिरबा पला, बेड़े उठा कुपलास। ओए पी चंदन हुए रहे, बसे जो चंदन पास। सहब सतगुरु दास महाराज वचन ने, तुम चंदन हम अरिंड बापरी, संग तुम्हारी वासा। अज खुदा खुद रब हाजरे। तो सतगुरु दास जी कहते हुण तां चली जाना, दसना बनता है, हुण तो गल यार कीती बनती है। कहते ने तुम चंदन हम अरिंड बापरी, संग तुम्हारी वासा। ये परम पिता तू चंदन है तो असीं अरिंड सी, पर तुहाडी संगत नसीब हो गई। नीच रूख ते ऊच भए है, गंध सुगंध निवासा। ये परमेश्वर तैं कृपा की अपना रूप बख्श दिता। ते साध संगत जी अगे पातशाह वचन करते ने, साध संगत पाई परम गति, मैले कपड़े कहाँ लो तूबू, आवेगी नींद कहाँ लग सूबू। कहते जेकर सचियार पुरशां दा साधुआं दा संगत ना मिलती प्राप्त होंदी, तो ये तन रूपी कपड़ा जिहड़ा 84 ਲੱਖ जूनां दे अंदर पहरावा मिलता रहा है, अज भी एवें ही चले जाना सी। दुर्लभ जन्म पुन फल पायो, बिरथा जात अबबी की। अज्ञानता कारण मनुखा जन्म व्यर्था जाता है। कहते जेकर सचियार पुरुषों की संगत ना मिलती तो फिर कहते मनुखा जन्म आ भी बारी लंघ जाए। पातशाह के वचन ने, मैली कपड़ी कहाँ लो तूबू, आवेगी नींद कहाँ लग सूबू। कहते जी ना मिलती संगत सचियार पुरखों की, कहते अज्ञानता की नींद सुत्ते ही लंघ जाए। साध संग पातशाह वचन, मैली कपड़े कहाँ लो तूबू, आवेगी नींद कहाँ लग सूबू। जुई जुई जूरियो सोई सोई, फाटियो झूठी बंज उठी गई हाटियो। कहते हुण जिंदगी के अंदर अकाल पुरख परम पिता परमेश्वर की परम आत्मक अवस्था के अंदर परम आनंद का मुक्ति का प्रवाह बहिंदा दिखिया। तो अखां के सामने परम पिता परमेश्वर अज हाज़र ने। अज पंच प्रवान, पंच प्रधान, पंच महापुरुष हाज़र ने। तो उस रब्बी आनंद नूं कहंदे परमेश्वर ने आप मेहरां करके सामने दिखा दिता। जो जो ये जिंदगी की साध संगत की कर्म सन वो सारे सामने देखे। तो
पातशाह कहते आनंद आ गया। जोई जोई कीनो सोई सोई देखियो, झूठे बन झूठी गई सब हाटियो, कहो रविदास पयो जब लेखो। जोई जोई कीनो सोई सोई देखियो। अज तो कहते परमेश्वर सामने दसन की कोई लोड़ नहीं, जो जो भी किया है तुहाडे सामने, क्योंकि मैं तेरा नाम तन ला दिया, मैं राम नाम तन ला दिया। बिखला दी संसार, बिखला दी संसार, हम प्रेम बंधन तुम बांधे, हम प्रेम बंधन तुम बांधे। कहते मैं तो परमेश्वर के केवल सत्यार पुरुषों की संगत विचों पर पिता परमेश्वर के सिमरन ही मूह आधार नाम नारायण, जीवन प्राण तन मूरे। मूह आधार नाम नारायण, जीवन प्राण तन मूरी। मैं तो परमेश्वर के नाम सिमरन ही अपने स्वासां का असली धन बनाया। इसलिए कहते अज रब बैठा है तो पंज महापुरुष बैठे ने। हुण तो कहते कोई गल छुपी लुकी नहीं, सतगुरां दी वचन नहीं। मुकंद मुकंद जपू संसार, अलानिया सतगुरां ने कह दिता संसार के सतसंगी जनों, गुरमुख जनों, हुण मुक्ति के दाते परमेश्वर नूं तुसीं भी जपना है। मुकंद मुकंद जपू संसार, बिन मुकंद तन हुई आहार। मुक्ति के दाती परम पिता परमेश्वर के सिमरन तो बिना ये तन व्यर्थ ही चली जाती, श्वास व्यर्थ ही चली। सुई मुकंद मुक्त का दाता, सुई मुकंद हमरा पित माता। जीवत मुकंदे मरत मुकंदे, ताकि शिव को सदा आनंदी। मुकंद मुकंद हमारे प्राणं, जप मुकंद मस्तक निशानं, जप मुकंद मस्तक निशानं। सेव मुकंद कर बैरागी, सुई मुकंद दुर्बल तन लादी। एक मुकंद करे उपकार, हमरा कहाँ करे संसार। कहते एक मुक्ति का परमेश्वर जी साढ़े ते रहमतां करने वाला दुनिया साडा की बिगाड़ सकी। तिने ते अज दी दे साध संगत जी अडवे साध संगत अत्याचार बढ़ चुके ने, तो की नहीं हो सकता, तो की अज तक नहीं हो रहा। तो 151 साल पूर्ण तौर पर अज भोग के परमेश्वर का रूप धार के संसार से निरंकार नूं प्रगट करके चले जाना। ये ब्रह्म ज्ञानी आप परमेश्वर धन सतगुरु दास जी। मेटे जात हुए दरबार, तू ही मुकंद जुग जुग तार। उपजो ज्ञान हुआ परगास, कर कृपाली ने कीट दास। कौरव दास अब तृष्णा चुकी, जप मुकंद सेवा ताऊंगी। हुण ते परमेश्वर आ जिहड़ा तुसीं आप मेहरां करके आप खुद खुदा परमेश्वर तुसीं आए हो, पंज महापुरुष आए ने। ये तो तुसीं सारी दुनिया की गल्ले मुका के रख। कौरव दास अब तृष्णा चुकी, जप मुकंद सेवा। असीं तो सिमरन ही करना है, चाहे संसार ते करा लो, चाहे निरंकार सचखंड विच करा लो। साध संगत जी जिसनों साहब कहते हैं, सूरज किरण मली जल का जल हुआ राम। ज्योति ज्योत रली संपूर्ण थिया राम। धन सतगुरु दास महाराज साध संगत जी परम पिता परमेश्वर के चरणों में शरीर के आत्मा जिहड़ी परमात्मा दे विच लीन हो। ते साध संगत जी इतिहास साखी साध संगत जी प्रोफैसर लाल सिंह जी अनमोल रतन साध जिन्हों ने इतिहासक श्री गुरुदास जी ने लिखी। अंधकार की साध संगत जी अंधेरे नूं खत्म करते हुए ऐसे तत्थ उन्होंने प्रगट किए ने। सतगुरु रविदास महाराज जीवन से अनेकों पुस्तकां लिखियां ने, उन्होंने श्री गुरुदास जी उन्होंने गुरु ते गुरु ग्रंथ साहिब जी, सतगुरु रविदास बाणी सटीक ते साध संगत जी श्री गुरुदास इतिहासक जीवनी लिख के दुनिया के अंधकार नूं साध संगत जी ज्ञान के प्रकाश के नाल प्रगट किया है। सतगुरां के जीवन ते साध संगत जी अड निर्गुण स्वरूप खुद खुद भगवान आप ते पंज महापुरुष साध संगत जी सतगुरां दी साध संगत जी बवान सजे ने। इतिहास साखी साध संगत जी ऐसी लाल तुझ बिन कौन करे। उस गोपाल मंदिर तो लै करके मंडूआ डी सी गोवर्धनपुर श्री गुरुदास पार्क पूरे बनार की यात्रा हुई है। सासी नगर कीर्तन सजाया गया है कि सासी राडे महाराडे सतगुरां का आशीर्वाद प्राप्त करते तो हिरदे अंदर बैराग है। तो साध संगत जी परिक्रमा करके गोपाल मंदिर जिन्हों अज दुनिया साध संगत जी बनार की धरती पर देख सकती है। लेखक लिखते हैं प्रोफैसर लाल सिंह जी कहते अज तो 20 साल पहला दास ने आप तकिया
कि जदों उत्थे साध संगत दी सोहणी चिखा सजाई गई चंदन दी ते साध निर्गुण स्वरूप पंज महापुरुष दी खुद भगवान ऐसा विभान आया ही सतगुरु समेत शरीर अकाल पुरख दे चरणां विच अरछां दे विच साध संगत फरशां तो अरछां दे विच जा रहे ने कि साध संगत दी रहमतां दी वरखा साध संगत दी आकाश दे विचों अगम्मी नाद वजदे ने कि साध संगत दी सारी संगत निहाल हो गई जिहड़ी चिखा है कि जिहदे अंदर साध संगत दी सतगुरु की ऐसी बख्शिश कि संगतां ऐसे बैराग के अंदर साध संगत की चिखा नूं अग्नि दिंदियां राग साध संगत की माता लोना ते साध संगत की प्रोफैसर लाल सिंह जी लिखते हैं कि दास ने 20 साल पहला उत्थे 2 समाधियां भी तक्कियां सन जो अज भावें नहीं हैं। ये इतिहासक जीवन साखी प्रोफैसर लाल सिंह जी जिन्हों ने खोल के तत्थ प्रगट किए हैं उन्हों का तह दिलों शुकराना है। सतगुरु ऐसे विद्वानां नूं इस धरती पर भेजदा है क्योंकि पातशाह के वचन हैं खोजी उपजे बाधी बिरसी हों बल बल गुर करतारा परमेश्वर एक करता करतार तेरे तो बलिहार हाँ तू अपने प्यारे नूं आपे धरती पर भेजदा है तो आप ही साध संगत दे अत्याचार करन लई खलो जांदा है तो आप ही प्रगट करन लई साध संगत दी विद्या विचारी तां परोपकारी लेखां के रूप अंदर ਇਹੋ ਜਿਹੇ ਲੇਖਕ भी पैदा कर देना ਧਾਨਿਆ ਇਸ ਨੂੰ ਪਾਤਸ਼ਾਹ ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਧਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ। ਇਸ ਲਈ ਸਤਿਗੁਰੂ ਦਾਸ ਜੀ ਕਹਿੰਦੇ ਨੇ ਰਵਿਦਾਸ ਪਣੈ ਜੂ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਾ ਸਾਧ ਸੰਗਤ ਜੀ ਕੋਟਨ ਕੋਟ ਧੰਨਵਾਦ ਹੈ अकाल परम पिता परमेश्वर का जिन्होंने ऐसी रहमत करके ऐसे महान महापुरुष धरती पर भेज के साध संगत दी संसार नूं आडे पोथी परमेश्वर का थान बाणी जो साध संगत साडे कोल खजाना है तो सासी अंदर सच्चा नेहो लाया प्रीतम अपने तन मन होए निहाल जां गुर दीखां सामने ਆਪਾਂ भी बाणी के रूप में सतगुरां की बाणी को अपना करके सतगुरां के प्रतख दर्शन प्राप्त करके जीवन में सफला करिए। अरदास करिए करोना महामारी जो अज विश्व के पहले दुखिया दर्द बंद दर आया बहुत प्रयास जवाब न पाया कह रविदास शरण प्रभ तेरी जो जानो त्यों कर गत मेरी रब प्रकाश रजनी जथा गत जान सब संसार पारस मानो तांबो छुए कर कहोत नहीं बार परम परस गुर भेटिए पूर्व लिखत ललाट उन मन 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 ही मिले छुटकत वज्र कपाट भगत जुगत मत सत करी परम बंधन काट विकार सोए बस रस मन मिले गुण निर्गुण एक विचार अनक जतन नेक रह की टारी नटारी परम फास प्रेम भागत नहीं उपड़े तांती रवत परमेश्वर तो सानू तो अपना रूप बख्शिया है आ संसार नूं वे भरमां भुलियां विचों कढ के भुलेखां विचों कढ के अपने चरमां दा ज्ञान बख्श के नदरी नदर निहाल करो दुखा कोई संनाश करो पुण्य पुण्य खेमा। जय गुरुदेव धन गुरुदेव जय सतगुरु रविदास जी धन सतगुरु रविदास जी वाहिगुरु जी का खालसा वाहिगुरु जी।